हाँ जी, की हाल चाल ने सारिਆਂ ਦੇ ਤੇ ਹੋਪ ਸੋ ਸਾਰੇ ਠੀਕ ਹੋਵੋਗੇ। ਤੇ ਅੱਜ ਆਪਾਂ ਬੈਠੇ ਹੈਗੇ ਆ ਟਿਓਟਾ ਦੇ ਵਿੱਚ, ਪਾਇਨਰ ਟਿਓਟਾ ਬਠਿੰਡਾ। ਤੇ ਅੱਜ ਆਪਾਂ ਥੋੜੀ ਜਾਣਕਾਰੀ ਲਵਾਂਗੇ ਹਾਈਬ੍ਰਿਡ ਬਾਰੇ। ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਗਵਰਨਮੈਂਟ ਦੇ ਜੋ ਨਵੇਂ ਨੋਰਮਸ ਆਏ ਹੈ, ਡੀਜ਼ਲ ਗੱਡੀਆਂ ਬੰਦ ਹੋ ਰਹੀਆਂ ਨੇ, ਆਲਮੋਸਟ ਬੰਦ ਹੀ ਹੈ। ਟਿਓਟਾ ਹੋ ਗਿਆ, ਹੁੰਡਈ ਹੋ ਗਿਆ, ਇਹ ਕੰਪਨੀਆਂ ਨੇ ਆਪਣੀ ਡੀਜ਼ਲ ਗੱਡੀ ਦੀ ਬੁਕਿੰਗਸ ਬੰਦ ਕਰਤੀਆਂ। ਤੇ ਟਿਓਟਾ ਦੀ ਨਵੀਂ ਟੈਕਨੋਲੋਜੀ ਜਿਹੜੀ ਹੈਗੀ ਆ ਉਹ ਹੈਗੀ ਹਾਈਬ੍ਰਿਡ। ਤੇ ਆਪਾਂ ਅੱਜ ਹਾਈਬ੍ਰਿਡ ਬਾਰੇ ਜਾਣਕਾਰੀ ਲਵਾਂਗੇ ਤੇ ਗਵਰਨਮੈਂਟ ਦੇ ਨਿਊ ਕੀ ਨੋਰਮਸ ਨੇ ਉਹਨਾਂ ਬਾਰੇ ਆਪਾਂ ਜਾਣਕਾਰੀ ਲਵਾਂਗੇ। ਆਪਣੇ ਵਿਚਕਾਰ ਬੈਠੇ ਨੇ ਅੱਜ ਗੁਰਪ੍ਰੀਤ ਸਿੰਘ ਢਾਲੀਵਾਲ। ਹਾਂਜੀ ਸਰ, ਕੀ ਹਾਲ ਚਾਲ ਨੇ? ਬਹੁਤ ਵਧੀਆ ਜੀ, ਠੀਕ ਬਹੁਤ ਹੋ? ਵਧੀਆ। ਤੁਸੀਂ ਦੱਸੋ ਕਿਵੇਂ ਹੈ? ਸਭ ਤੋਂ ਪਹਿਲਾਂ ਹੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਤੇ ਅੱਜ ਜਿਵੇਂ ਕਰਤਾਰ ਨੇ ਪਹਿਲਾਂ ਦੱਸ ਹੀ ਦਿੱਤਾ ਵੀ ਅੱਜ ਆਪਾਂ ਜੋ ਟੋਇਟਾ ਨਵੀਂ ਟੈਕਨੋਲੋਜੀ ਤੇ ਵਰਕ ਕਰ ਰਿਹਾ ਹੈ ਹਾਈਬ੍ਰਿਡ ਤੇ, ਉਹਦੇ ਬਾਰੇ ਆਪਾਂ ਕਰਾਂਗੇ ਗੁਫ਼ਤਗੂ। ਸਭ ਤੋਂ ਪਹਿਲਾਂ ਆਪਾਂ ਦੇਖ ਲਈਏ ਵੀ ਕਿੱਥੋਂ ਇਹਦੀ ਸਟਾਰਟਿੰਗ ਹੋਈ, ਕਿਉਂਕਿ ਹਰੇਕ ਚੀਜ਼ ਹੈ, ਜਿਵੇਂ ਆਪਾਂ ਛੋਟੇ ਹੁੰਦੇ ਵੀ ਪੜ੍ਹਦੇ ਸੀ ਨਾ ਵੀ ਲੋੜ ਕਾਢ ਦੀ ਮਾਂ ਹੈ, ਨੈਸੈਸਿਟੀ ਇਜ਼ ਦਾ ਮਦਰ ਆਫ ਇਨਵੈਂਸ਼ਨ। ਵੀ ਕੀ ਲੋੜ ਪੈ ਗਈ ਇਹੋ ਜੀ ਵੀ ਟੈਕਨੋਲੋਜੀ ਇੱਕਦਮ ਚੇਂਜ ਕਰਨੀ ਪੈ ਗਈ। ਡੀਜ਼ਲ ਗੱਡੀਆਂ ਇੱਕਦਮ ਹੀ ਬੰਦ ਹੋ ਗਈਆਂ ਪਿਛਲੇ 1 ਮਹੀਨੇ 'ਚ। ਉਹਦੇ ਬਾਰੇ ਤੁਹਾਨੂੰ ਸਾਰਾ ਕੁਝ ਦੱਸਾਂਗੇ ਜੀ। ਸਭ ਤੋਂ ਪਹਿਲਾਂ ਤਾਂ ਦੇਖ ਲਈਏ ਵੀ ਡੀਜ਼ਲ ਬੰਦ ਹੋਣ ਦਾ ਕੀ ਰੀਜ਼ਨ ਰਿਹਾ। ਦੇਖੋ ਜੀ, ਜਿਹੜਾ ਡੀਜ਼ਲ ਇੰਜਨ ਹੈ ਉਹਦੇ 'ਚ ਕੀ ਹੁੰਦਾ ਹੈ, ਕੰਪਰੈਸ ਕੀਤੀ ਜਾਂਦੀ ਹੈਗੀ ਫਿਊਲ ਨੂੰ ਤੇ ਹਵਾ ਨੂੰ। ਉਹ ਜਦੋਂ ਕੰਪਰੈਸ ਹੁੰਦਾ ਹੈਗਾ ਤੇ ਉਹ ਇੱਕ ਤਾਂ ਹੀਟ ਬਹੁਤ ਜਨਰੇਟ ਕਰਦਾ ਹੈ ਔਰ ਇੱਕ ਪੋਲਿਊਸ਼ਨ ਬਹੁਤ ਜਨਰੇਟ ਕਰਦਾ ਹੈ ਐਜ਼ ਕੰਪੇਅਰ ਟੂ ਪੈਟਰੋਲ ਇੰਜਨ। ਠੀਕ ਹੈ ਜੀ। ਉਸ ਤੋਂ ਬਾਅਦ ਚੋਂ ਦੇਖਿਆ ਜਾਵੇ ਤਾਂ ਆਪਣੇ ਕਾਰਾਂ ਡੀਜ਼ਲ ਤੇ ਵੱਧ ਨੇ, ਕਮਰਸ਼ੀਅਲ ਵਹੀਕਲ ਤਾਂ ਆਲਮੋਸਟ ਹੈ ਹੀ ਸਾਰੇ ਡੀਜ਼ਲ ਤੇ। ਉਸ ਤੋਂ ਬਾਅਦ ਚੋਂ ਜਿੰਨੀਆਂ ਵੀ ਇੰਡਸਟਰੀਜ਼ ਹੈ ਉਹਨਾਂ ਦੇ ਵਿੱਚ ਵੀ ਡੀਜ਼ਲ ਹੀ ਜ਼ਿਆਦਾ ਯੂਜ਼ ਕੀਤਾ ਜਾਂਦਾ ਹੈਗਾ। ਉਹਦੇ ਨਾਲ ਕੀ ਹੈਗੀ, ਸਾਰਿਆਂ ਤੋਂ ਵੱਧ ਇਫੈਕਟ ਪੈ ਰਿਹਾ ਐਨਵਾਇਰਨਮੈਂਟ ਤੇ। ਜਿਹੜਾ ਆਪਾਂ ਕਹਿ ਦਿੰਦੇ ਹਾਂ ਗਰਮੀ ਵੱਧ ਗਈ ਹੈਗੀ ਤੇ ਹੋਰ ਪਸ਼ੂ ਪੰਛੀ ਵੀ ਮਰ ਰਹੀ ਹੈ ਜੀ ਉਹਦੇ ਨਾਲ, ਕਈ ਪ੍ਰਜਾਤੀਆਂ ਤਾਂ ਲੋਪ ਹੀ ਹੋ ਗਈਆਂ ਜੀ। ਬਿਲਕੁਲ। ਇਸ ਕਰਕੇ ਕੀ ਕੀਤਾ ਗਿਆ ਵੀ ਟੋਇਟਾ ਵਰਕ ਕਰ ਰਹੀ ਹੈਗੀ ਹੁਣ ਵੀ ਕੋਈ ਇਹਦਾ ਸੋਲੂਸ਼ਨ ਕੱਢਿਆ ਜਾਵੇ। ਉਹਦਾ ਸਾਰਿਆਂ ਤੋਂ ਵਧੀਆ ਤਰੀਕਾ ਕਿੱਦਾਂ ਹੈ, ਹਾਈਬ੍ਰਿਡ ਦਾ। ਹਾਈਬ੍ਰਿਡ ਬੇਸਿਕਲੀ ਹੁੰਦਾ ਕੀ ਹੈ, ਜਿੱਥੇ ਸੋਰਸ ਆਫ એનર્ਜੀ ਇੱਕ ਤੋਂ ਜ਼ਿਆਦਾ ਹੋਣ। ਜਿਵੇਂ ਕਿ ਤੁਹਾਨੂੰ ਪੈਟਰੋਲ ਨੇ ਵੀ ਸੋਰਸ ਦੇਣਾ ਹੈਗਾ એનર્ਜੀ ਜਨਰੇਟ ਕਰਨ ਲਈ, ਔਰ ਨਾਲ ਦੀ ਨਾਲ ਤੁਹਾਨੂੰ ਬੈਟਰੀ ਵੀ ਹੈਲਪ ਕਰੂਗੀ। ਉਹਨੂੰ ਆਪਾਂ ਹਾਈਬ੍ਰਿਡ ਕਹਿ ਦਿੰਦੇ ਆ। ਸ਼ਾਰਟ ਐਂਡ ਸਿੰਪਲ ਜੇ ਆਪਾਂ ਘਰੇਲੂ ਐਗਜ਼ਾਮਪਲ ਲੈ ਲਈ, ਆਪਾਂ ਸਾਰਿਆਂ ਨੂੰ ਪਤਾ ਹੀ ਹੈ ਹਾਈਬ੍ਰਿਡ ਬੀਜ ਹੁੰਦੇ ਆ ਨਾ, ਦੋ ਬੀਜਾਂ ਨੂੰ ਮਿਲਾ ਕੇ ਇੱਕ ਵਧੀਆ ਬੀਜ ਬਣਾ ਦਿੱਤਾ ਜਾਂਦਾ ਵੀ ਉਹਦੇ ਨਾਲ ਉਪਜ ਵਧੀਆ ਹੋਵੇ। ਉਹਦੇ ਨਾਲ ਮਾਈਲੇਜ, ਉਹਦੇ ਨਾਲ ਮਾਈਲੇਜ ਤੇ ਬਹੁਤ ਇੰਪਰੂਵਮੈਂਟ ਹੋਊਗੀ। ਠੀਕ ਹੈ ਨਾ ਜੀ। ਹਰੇਕ ਗੱਡੀ ਹੈ ਜਿਹੜੀ 25 ਦੇ ਪਲੱਸ ਮਾਈਲੇਜ ਦਊਗੀ ਹੀ ਦਊਗੀ। ਉਹ ਆਪਾਂ ਜਿਵੇਂ ਬਾਹਰ ਤੁਸੀਂ ਦੱਸਿਆ ਵੀ ਤੁਹਾਡੇ ਕੋਲ ਇੱਕ ਮੋਡਿਊਲ ਲੱਗਿਆ ਹੋਇਆ ਤੇ ਇੱਕ ਚਾਰਟ ਲੱਗਿਆ ਹੋਇਆ ਹਾਈਬ੍ਰਿਡ ਦਾ। ਆਪਾਂ ਇਹਦੀ ਗੱਲ ਆਪਾਂ ਜੇ ਉੱਥੇ ਜਾ ਕੇ ਕਰੀਏ ਤਾਂ ਆਪਾਂ ਨੂੰ ਜ਼ਿਆਦਾ ਮਤਲਬ ਸਮਝ ਆਏਗਾ। ਉਹ ਮੈਂ ਤੁਹਾਨੂੰ ਸਾਰੀ ਚੀਜ਼ ਐਕਸਪਲੇਨ ਕਰ ਦੂੰਗਾ। ਤੁਸੀਂ ਟੋਇਟਾ ਦੇ ਕਿਸੇ ਵੀ ਸ਼ੋਰੂਮ ਤੇ ਵਿਜ਼ਿਟ ਕਰੋਗੇ, ਤੁਹਾਨੂੰ ਇਹ ਚਾਰਟ ਤੇ ਉਹ ਮੋਡਿਊਲ ਤੁਹਾਨੂੰ ਮਿਲੂਗਾ ਹੀ ਮਿਲੂਗਾ। ਉਹਦੇ 'ਚ ਸਾਰਾ ਕੁਝ ਦੱਸਿਆ ਗਿਆ ਬਰੀਫਲੀ। ਚਲੋ ਆਪਾਂ ਉਹਦੇ ਕੋਲ ਚੱਲ ਕੇ ਤੁਹਾਨੂੰ ਸਾਰੀ ਜਾਣਕਾਰੀ ਦਿੰਦੇ ਹਾਂ। ਉਸ ਤੋਂ ਜਾਣ ਤੋਂ ਪਹਿਲਾਂ ਇੱਕ ਕੁਐਸਚਨ ਹੈ ਵੀ ਜਿਵੇਂ ਹੁਣ ਡੀਜ਼ਲ ਗੱਡੀਆਂ ਤਾਂ ਬੰਦ ਹੀ ਹੈ, ਜੋ ਕਿ ਆਪਾਂ ਨੂੰ ਸ਼ੋਰ ਹੀ ਹੈ, ਤੇ ਸੁਣ ਚ ਆਇਆ ਵੀ ਪੈਟਰੋਲ ਵੀ ਬੰਦ ਹੋ ਰਹੀ ਹੈ, ਤੇ ਇਹਦੇ ਪਿੱਛੇ ਕੀ ਰੀਜ਼ਨ ਹੈ? ਨਹੀਂ, ਡੀਜ਼ਲ ਗੱਡੀਆਂ ਹੀ ਹਜੇ ਫਿਲਹਾਲ ਮੈਨੂਫੈਕਚਰਿੰਗ ਰੁਕੀ ਹੈਗੀ, ਪਰ ਬੰਦ ਨਹੀਂ ਕਹਿ ਸਕਦੇ ਆਪਾਂ ਜਿੰਨਾ ਟਾਈਮ ਸਾਨੂੰ ਕੰਪਨੀ ਵੱਲੋਂ ਕੋਈ ਫਰਦਰ ਨੋਟਿਸ ਨਹੀਂ ਆਉਂਦਾ। ਇਹਦਾ ਰੀਜ਼ਨ ਹੈ ਕੈਫੇ ਨੋਰਮਸ ਕਰਕੇ ਜੀ। ਕੈਫੇ ਨੋਰਮਸ ਕੀ ਹੈਗਾ, ਕਾਰਪੋਰੇਟ ਐਵਰੇਜ ਫਿਊਲ ਇਕੋਨਮੀ। ਠੀਕ ਹੈ। ਉਹਦੇ ਵਿੱਚ ਕੀ ਹੈਗਾ ਵੀ ਜਿਹੜੇ ਵੀ ਮੈਨੂਫੈਕਚਰ ਨੇ, ਚਾਹੇ ਉਹ ਟੋਇਟਾ ਹੈ, ਚਾਹੇ ਹੁੰਡਈ ਹੈ, ਚਾਹੇ ਕੀਆ, ਜਿੰਨੇ ਵੀ ਆਪਣੇ ਮੈਨੂਫੈਕਚਰਿੰਗ ਨੇ ਇੰਡੀਆ ਦੇ ਵਿੱਚ, ਉਹਨਾਂ ਨੇ ਕੀ ਹੈ 80% ਕੰਜ਼ੰਪਸ਼ਨ ਕਰਨੀ ਹੈ ਵੀ ਪ੍ਰੋਡਕਸ਼ਨ ਕਰਨੀ ਹੈ, ਉਹ ਕਰਨੀ ਹੈ ਪੈਟਰੋਲ ਇੰਜਨ ਦੀ, ਔਰ 20% ਰਹੂਗੀ ਡੀਜ਼ਲ ਇੰਜਨ ਦੀ। ਆਪਾਂ ਇਹ ਇੱਕ ਪੱਕਾ ਨਹੀਂ ਕਹਿ ਸਕਦੇ ਵੀ ਡੀਜ਼ਲ ਇੰਜਨ ਜਮਾਂ ਹੀ ਬੰਦ ਹੋ ਗਿਆ, ਬਟ ਹਾਂ ਠੀਕ ਹੈ, ਇੱਕ ਟਾਈਮ ਲਈ ਟੋਇਟਾ ਨੇ ਬੁਕਿੰਗਸ ਵੀ ਰੋਕ ਦਿੱਤੀਆਂ ਗਈਆਂ। ਠੀਕ ਹੈ ਨਹੀਂ, ਔਰ ਪਿੱਛੋਂ ਸਾਨੂੰ ਕੋਈ ਵੀ ਗੱਡੀ ਆ ਵੀ ਨਹੀਂ ਰਹੀ, ਮਤਲਬ ਵੇਟਿੰਗ ਕਾਫੀ ਹੋ ਗਈ, ਵਹੀਕਲ ਬਹੁਤ ਘੱਟ। ਹਾਂ, ਵਹੀਕਲ ਦੀ ਪ੍ਰੋਡਕਸ਼ਨ ਬਿਲਕੁਲ ਸਲੋ ਕਰਤੀ ਹੈ ਜੀ, ਸਲੋ ਕਰਤੀ ਡੀਜ਼ਲ ਦੀ। ਪੈਟਰੋਲ ਦੀ ਤੁਹਾਨੂੰ ਮਿਲੂਗੀ। ਪੈਟਰੋਲ 'ਚ ਜਿਵੇਂ ਸਾਡੇ ਕੋਲੇ ਟੋਇਟਾ ਨੇ ਇੰਟਰੋਡਿਊਸ ਕੀਤੀ ਹੈ ਇਨੋਵਾ। ਆਪਣੇ ਰੀਜਨ ਤੇ ਪਹਿਲਾਂ ਆਉਂਦੀ ਸੀਗੀ, ਇੰਡੀਆ ਪੈਨ ਇੰਡੀਆ ਚੱਲਦੀ ਸੀ, ਬਟ ਜਿਹੜੇ ਰੀਜਨ 'ਚ ਆਪਾਂ ਬੈਠੇ ਆ ਮਾਲਵਾ 'ਚ, ਇੱਥੇ ਪੈਟਰੋਲ ਦਾ ਕੋਈ ਕਿਉਂਕਿ ਇਹ ਆਪਣੀ ਮਾਰਕੀਟ ਜ਼ਿਆਦਾਤਰ ਡੀਜ਼ਲ ਦੀ ਮਾਰਕੀਟ। ਡੀਜ਼ਲ ਦੀ ਇਹ ਸਾਰੀ ਬੈਲਟ ਆਪਣੀ ਖੇਤੀਬਾੜੀ ਨਾਲ ਰਿਲੇਟ ਹੈ ਤੇ ਸਾਰੇ ਇੱਕ ਮਾਈਂਡ ਸੈਟ ਬਣਿਆਗਾ ਵੀ ਹਾਂ ਡੀਜ਼ਲ ਗੱਡੀਆਂ ਹੀ ਬੈਸਟ ਹੁੰਦੀਆਂ। ਹੁਣ ਆਪਾਂ ਚੱਲਦੇ ਹਾਂ ਚਾਰਟ ਤੇ, ਤੁਹਾਨੂੰ ਦਿੰਦੇ ਹਾਂ ਉਹਦੀ ਅਸਲੀ ਚਾਰਟ। ਆ ਜਿਹੜੀ ਤੁਸੀਂ ਬਾਲ ਦੇਖ ਰਹੇ ਹੋ, ਇਹਦੇ ਬਾਰੇ ਆਪਾਂ ਨੂੰ ਅੱਜ ਗੁਰਪ੍ਰੀਤ ਸਿੰਘ ਜਾਣਕਾਰੀ ਦੇਣਗੇ
ਵੀ ਇਹ ਵਾਲ ਕੀ ਹੈ ਤੇ ਇਸ ਦਾ ਪਰਪਸ ਕੀ ਹੈ ਤੇ ਫਿਊਚਰ, ਇਹਨੂੰ ਆਪਾਂ ਫਿਊਚਰ ਕਹਿ ਸਕਦੇ ਹਾਂ ਵਾਲ ਨੂੰ। ਤੇ ਆਓ ਜਾਣਦੇ ਹਾਂ ਆਪਾਂ ਗੁਰਪ੍ਰੀਤ ਸਿੰਘ ਤੋਂ ਵੀ ਇਹਦੇ ਬਾਰੇ ਆਪਾਂ ਨੂੰ ਪ੍ਰੋਪਰ ਇਨਫੋਰਮੇਸ਼ਨ ਦੇਣਗੇ। ਇਹ ਜਿਹੜੀ ਬਾਲ ਹੈ ਜੀ, ਇਹ ਟੋਇਟਾ ਦੀ ਹੈਗੀ ਆ ਹਾਈਬ੍ਰਿਡ ਬਾਲ। ਇਹਦੇ ਵਿੱਚ ਤੁਹਾਨੂੰ ਸਾਰਾ ਕੁਝ ਐਕਸਪਲੇਨ ਕੀਤਾ ਗਿਆ ਹੈਗਾ। ਸਟਾਰਟਿੰਗ ਕਰਦੇ ਆਂਗੇ ਵੀ ਕਦੋਂ ਇਹ ਸਟਾਰਟ ਹੋਈ ਹੈ। ਜਿਹੜੀ ਟੋਇਟਾ ਨੇ ਪਹਿਲੀ ਸੈਲਫ ਚਾਰਜਿੰਗ ਵਰਲਡ ਦੀ ਪਹਿਲੀ ਗੱਡੀ ਲਾਂਚ ਕੀਤੀ ਸੀ, ਉਹ 1997 'ਚ ਸੀਗੀ। ਤੁਸੀਂ ਐਂ ਹਿਸਾਬ ਲਾ ਲਓ ਵੀ ਅੱਜ ਤੋਂ ਬਾਲਾ ਨਹੀਂ ਤਾਂ 23-24 ਸਾਲ ਪਹਿਲਾਂ ਇੰਟਰੋਡਿਊਸ ਕਰਤੀ ਸੀਗੀ। ਠੀਕ ਹੈ, 25 ਹੋ ਗਏ ਹੋਣਗੇ, ਠੀਕ ਹੈ ਨਾ ਜੀ। ਠੀਕ ਹੈ। ਤੇ ਵਰਲਡ ਫਸਟ ਮਾਸ ਪ੍ਰੋਡਕਸ਼ਨ, ਜਿਹੜੇ ਵਰਲਡ ਦਾ ਪਹਿਲਾ ਟੋਇਟਾ ਇਹੋ ਜਿਹਾ ਬ੍ਰਾਂਡ ਹੈ ਜਿਹੜੀ ਸਾਰਿਆਂ ਤੋਂ ਵੱਧ ਸੈਲਫ ਚਾਰਜਿੰਗ, ਉਹ ਤੋਂ ਬਾਅਦ ਗੱਲ ਕਰੀਏ ਵੀ ਟੋਇਟਾ ਨੇ ਕੀ ਅਚੀਵ ਕੀਤਾ ਹੈਗਾ ਹੁਣ ਤੱਕ ਜੀ। 16 ਮਿਲੀਅਨ ਤੋਂ ਵੀ ਵੱਧ ਇਲੈਕਟ੍ਰਿਕ ਵਹੀਕਲ ਰੋਡ ਤੇ ਹੈਗੇ, ਠੀਕ ਹੈ ਨਾ ਜੀ। ਹੁਣ ਇਹ ਵਹੀਕਲ ਆਉਣ ਦਾ ਕੀ ਫਾਇਦਾ ਹੋਇਆ ਹੈਗਾ, ਉਹਦੇ ਨਾਲ ਕੀ ਹੋਇਆ, 139 ਮਿਲੀਅਨ ਟਨਸ ਜਿਹੜੀ CO2 ਹੈ, ਕਾਰਬਨ ਡਾਈਆਕਸਾਈਡ ਹੈ, ਉਹਦੀ ਘਟੀ ਹੈਗੀ। ਮਤਲਬ ਉਹਦੀ ਜਿਹੜੀ ਪੈਦਾ ਕਰਨੀ ਸੀ ਡੀਜ਼ਲ ਕਰਕੇ ਹੋਣੀ ਸੀਗੀ, ਉਹਦੀ ਪ੍ਰੋਡਕਸ਼ਨ ਘਟੀ ਹੈ, ਜਿਹਦੇ ਨਾਲ ਪੋਲਿਊਸ਼ਨ ਘਟਿਆ, ਜਿਹਦੇ ਨਾਲ ਕੀ ਹੋਇਆ ਹੈਗਾ ਆਪਣਾ এনवायरमेंट ਹੀਲ ਹੋਇਆ। ਠੀਕ ਹੈ ਜੀ। ਹੁਣ ਤੱਕ ਟੋਇਟਾ ਦੇ 44 ਹਾਈਬ੍ਰਿਡ ਵਹੀਕਲ ਪੂਰੇ ਵਰਲਡ ਵਾਈਡ ਆ ਰਹੇ ਹੈਗੇ, ਠੀਕ ਹੈ ਜੀ। ਉਹਦੇ ਵਿੱਚ ਆਪਣੇ ਇੰਡੀਆ ਦੇ ਵਿੱਚ ਕਿਹੜਾ ਆ ਰਿਹਾ, ਕੈਮਰੀ ਆ ਰਹੀ ਹੈ ਜੀ, ਠੀਕ ਹੈ ਜੀ। ਉਸ ਤੋਂ ਬਾਅਦ ਚੋਂ ਇੱਕ ਅਲੱਗ ਸੈਗਮੈਂਟ ਹੈ ਵੈਗਨ ਦੇ ਵਿੱਚ, ਇਹ ਵੈਲਫਾਇਰ ਆ ਰਹੀ ਹੈ, ਠੀਕ ਹੈ ਜੀ। ਇਸ ਤੋਂ ਇਲਾਵਾ ਜੇ ਗੱਲ ਕਰੀਏ, ਇੱਕ ਸਾਡੀ ਰੇਸਿੰਗ ਕਾਰ ਹੈਗੀ। ਨਾਰਮਲੀ ਰੇਸਿੰਗ ਕਾਰ ਕਦੇ ਵੀ ਹਾਈਬ੍ਰਿਡ ਨਹੀਂ ਹੁੰਦੀ, ਬਟ ਟੋਇਟਾ ਨੇ ਉਹ ਵੀ ਲਾਂਚ ਕੀਤੀ ਹੈ, TS050 ਹਾਈਬ੍ਰਿਡ, ਠੀਕ ਹੈ ਜੀ। ਇਹ ਰੇਸਿੰਗ ਕਾਰ ਟੋਇਟਾ ਨੇ ਕੀਤੀ ਹੈਗੀ। ਇਹਦੀ ਸਾਰੀ ਇੱਥੇ ਡਿਸਕ੍ਰਿਪਸ਼ਨ ਦਿੱਤੀ ਗਈ ਹੈਗੀ ਵੀ ਇਹਦੇ ਵਿੱਚ ਕੀ ਕੁਛ ਹੈਗੀ। ਜਿਹੜੀ BHP ਇਹ ਜਨਰੇਟ ਕਰਦੀ ਆ, ਉਹ ਹੈਗੀ ਆ 986 ਦੀ। ਇੱਕ ਹਾਈਬ੍ਰਿਡ ਵਹੀਕਲ ਹੋਣ ਦੇ ਨਾਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਕੰਪਨੀ ਇੰਨਾ ਵਧੀਆ ਜੋ BHP ਆ ਪ੍ਰੋਡਿਊਸ ਕਰ ਪਾਊਗਾ ਕੋਈ ਵੀ ਵਹੀਕਲ ਇਨ ਸੈਗਮੈਂਟ ਆਫ ਰੇਸਿੰਗ ਕਾਰ, ਠੀਕ ਹੈ ਜੀ। ਉਸ ਤੋਂ ਬਾਅਦ ਚੋਂ ਇਹਦੇ ਜਿਹੜੇ ਬੈਨੀਫਿਟ ਆ, ਹੁਣ ਆਪਾਂ ਚਲੋ ਹਾਈਬ੍ਰਿਡ ਵਹੀਕਲ ਲੈ ਤਾਂ ਲਿਆ, ਹੁਣ ਉਹਦੇ ਬੈਨੀਫਿਟ ਕੀ ਹੋਣਗੇ ਉਹ ਸਾਰੇ ਆ ਇਹਦੇ ਤੇ ਮੈਂਸ਼ਨ ਹੈ। ਜਿਵੇਂ ਬੈਟਰ ਫਿਊਲ ਇਕੋਨਮੀ ਹੈਗੀ, ਠੀਕ ਹੈ ਜੀ। 60% ਜਿਹੜੇ 60% ਟਾਈਮ ਇਹ ਚੱਲੂਗੀ ਇਲੈਕਟ੍ਰਿਕ, ਮਤਲਬ ਬੈਟਰੀ ਤੇ ਚੱਲੂਗੀ, ਠੀਕ ਹੈ। ਉਹਦੇ ਨਾਲ ਓਬਵੀਅਸਲੀ ਹੈਗੀ ਵੀ ਆਪਣੀ ਜਿਹੜੀ ਹੈਗੀ ਹੈ ਇੰਜਨ ਦੀ ਜਿਹੜੀ ਹੈਗੀ ਸਟ੍ਰੈਸ ਘਟੂਗੀ, ਉਹਦੇ ਨਾਲ ਫਿਊਲ ਇਕੋਨਮੀ ਵਧੂਗੀ। ਉਸ ਤੋਂ ਬਾਅਦ ਚੋਂ ਕੀ ਹੈ ਜੀ, ਲੋਅਰ ਮੇਨਟੇਨੈਂਸ ਕਾਸਟ। ਇੱਕ ਐ ਹੁੰਦਾ ਨਾ ਵੀ ਚਲੋ ਨਵੀਂ ਟੈਕਨੋਲੋਜੀ ਆਈ ਹੈਗੀ, ਸ਼ਾਇਦ ਇਹਦੀ ਮੇਨਟੇਨੈਂਸ ਮਹਿੰਗੀ ਹੋਊ, ਕਿਉਂਕਿ ਆਪਣੇ ਇੰਡੀਆ ਦੇ ਵਿੱਚ ਦੋ ਹੀ ਕੁਐਸਚਨ ਪੁੱਛੇ ਜਾਂਦੇ ਆ ਵੀ ਇੱਕ ਤਾਂ ਜੀ ਕਿੰਨੇ ਦੀ ਮਾਈਲੇਜ ਦਿੰਦੀ ਹੈ ਤੇ ਇੱਕ ਇਹਦੀ ਸਰਵਿਸ ਕਾਸਟ ਕਿੰਨੀ ਕੁ ਹੈ, ਤੇ ਦੂਜੀ ਗੱਲ ਵੀ ਇਹਦੀ ਲਾਈਫ ਕਿੰਨੀ ਹੈ, ਬੈਟਰੀ ਦੀ ਰੀਪਲੇਸ ਵਗੈਰਾ ਹੋ ਗਿਆ, ਵਾਰੰਟੀ ਹੋ ਗਈ। ਵਾਰੰਟੀ ਜਿਹੜੀ ਹਾਈ ਰਾਈਡਰ ਦੇ ਵਿੱਚ ਟੋਇਟਾ ਦੇ ਰਹੀ ਹੈ ਜੀ, ਉਹ 8 ਸਾਲ ਦੀ ਹੈਗੀ, 8 ਸਾਲ ਦੀ ਵਾਰੰਟੀ ਹੈਗੀ। ਚਲੋ ਇਦਾਂ ਤਾਂ ਕੋਈ ਹੈ ਨਹੀਂ। ਹਾਈਬ੍ਰਿਡ ਜਿਹੜੀ ਆ ਰਹੀ ਹੈ ਆਪਣੀ, ਉਹ ਜਿਹੜਾ ਤਾਂ ਬੋਰਡ ਲੱਗਿਆ ਹਾਂਜੀ, ਇਹ ਟੋਇਟਾ ਅਰਬਨ ਕਰੂਜ਼ਰ ਹਾਈ ਰਾਈਡਰ ਆ ਰਹੀ ਹੈ। ਉਹਦੇ 'ਚ ਈਵਨ ਕੰਪਨੀ ਨੇ ਸਾਰਿਆਂ ਤੋਂ ਵੱਧ ਬੈਜਿੰਗ ਕੀਤੀ ਹੈਗੀ, ਉਹ ਹੈਗੀ ਹੈ ਫਿਊਲ ਇਕੋਨਮੀ ਦੀ, ਬੈਸਟ ਇਨ ਕਲਾਸ, ਠੀਕ ਹੈ ਨੇ। ਅਰਾਈ ਬੰਨਿਓ ਕੀਤੀ ਗਈ ਹੈ, ਇੱਕ ਅਰਾਈ ਹੈਗੀ, ਉਹ ਥਰਡ ਪਾਰਟੀ ਹੈ, ਉਹਦਾ ਨਾ ਤਾਂ ਟੋਇਟਾ ਨਾਲ ਕੁਝ ਲੈਣਾ ਦੇਣਾ, ਨਾ ਕੋਈ ਉਹ ਹੋਂਡਾ ਨਾਲ, ਉਹ ਇੱਕ ਥਰਡ ਪਾਰਟੀ ਹੈਗੀ। ਉਹਨੇ ਕੱਲੀ ਮਾਈਲੇਜ ਹੀ ਦੱਸਣੀ ਹੁੰਦੀ ਹੈ ਗੱਡੀਆਂ ਦੀ। ਅਲੱਗ-ਅਲੱਗ ਪਲੇਟਫਾਰਮ ਤੇ ਗੱਡੀ ਡਰਾਈਵ ਕਰਕੇ ਦੇਖਦੀ ਹੈ ਤੇ ਉਹ ਮਾਈਲੇਜ ਕੋਟ ਕਰਦੀ ਹੈ। ਤੁਸੀਂ ਦੇਖ ਸਕਦੇ ਹੋ ਤੇ ਲਿਖਿਆ ਹੋਇਆ ਹੈਗਾ 27.97 ਕਿਲੋਮੀਟਰ ਪਰ ਲੀਟਰ। ਹਾਂਜੀ, ਜਿਹੜੀ ਮਾਈਲੇਜ ਹੈ ਟੋਇਟਾ ਹਾਈ ਰਾਈਡਰ ਤੁਹਾਨੂੰ ਪ੍ਰੋਵਾਈਡ ਕਰਵਾ ਰਹੀ, ਠੀਕ ਹੈ ਜੀ। ਚਲੋ ਦੂਜੇ ਪੁਆਇੰਟ ਤੇ ਆਉਂਦੇ ਹਾਂ ਜੀ ਆਪਾਂ, ਮੇਨਟੇਨੈਂਸ ਵਾਲੀ ਆਪਣੀ ਗੱਲ ਹੋ ਗਈ ਹੈ। ਉਸ ਤੋਂ ਬਾਅਦ 'ਚ ਕੀ ਹੈ, ਡਿਊਲ ਪਾਵਰ। ਜਿਵੇਂ ਪਹਿਲਾਂ ਦੱਸਿਆ ਹੈਗਾ ਵੀ ਜਿਹੜੀ ਹਾਈਬ੍ਰਿਡ ਹੁੰਦਾ ਕੀ ਹੈ ਵੀ ਜਿਹ 'ਚ ਸੋਰਸ ਆਫ ਪਾਵਰ 2 ਹੋ ਜਾਂਦੇ ਹੈਗੇ, ਇੱਕ ਫਿਊਲ ਹੋ ਗਿਆ, ਇੱਕ ਬੈਟਰੀ ਹੋ ਗਈ। ਉਹਦੇ ਨਾਲ ਕੀ ਹੈਗਾ ਵੀ ਕੁਇਕ ਐਕਸਲੇਸ਼ਨ, ਵੀ ਜੇ ਤੁਸੀਂ ਗੱਡੀ ਨੂੰ ਐਕਸਲੇਟ ਕਰਦੇ ਹੋਗੇ ਐਜ਼ ਕੰਪੇਅਰ ਟੂ ਅਦਰ ਇੰਜਨ, ਇਹ ਥੋੜੀ ਜਿਹੀ ਪਾਵਰਫੁਲ, ਛੇਤੀ ਐਕਸੀਲੇਟ ਰਹਿ ਕੇ ਗੱਡੀ ਨਿਕਲਦੀ ਹੈ ਥੱਲੋਂ। ਤੇ ਸਿਟੀ ਵਗੈਰਾ 'ਚ ਕਿਵੇਂ ਰਹਿੰਦੀ ਹੈ ਜੇ ਆਪਾਂ ਹਾਈਬ੍ਰਿਡ ਦੀ ਗੱਲ ਕਰੀਏ? ਸਿਟੀ ਦੇ ਵਿੱਚ ਬਹੁਤ ਵਧੀਆ ਹੈ ਜੀ, ਕਿਉਂਕਿ ਇਹ ਹੈ ਕਿ ਵੀ ਜੇ ਤੁਸੀਂ 40 ਦੇ ਥੱਲੇ ਸਪੀਡ ਤੇ ਚਲਾਓਗੇ ਤੇ ਉਹਨੇ ਬੈਟਰੀ ਤੋਂ ਹੀ ਪਾਵਰ ਲੈਣੀ ਹੈਗੀ, ਠੀਕ ਹੈ। ਜਿਵੇਂ ਹੁਣ ਆਪਣੀ ਵਧੀਆ ਆ ਗਈ, ਕਿਉਂਕਿ ਸਿਟੀ ਦੇ ਵਿੱਚ ਕੀ ਹੁੰਦੀ ਹੈ, ਬੰਪਰ ਟੂ ਬੰਪਰ ਟ੍ਰੈਫਿਕ ਹੁੰਦੀ ਹੈਗੀ। ਅੱਛਾ ਜੀ। ਇਹ ਹਰੇਕ ਸਿਟੀ ਦਾ ਅੱਡ ਟ੍ਰੈਫਿਕ ਹੁੰਦਾ ਹੈਗਾ। ਜਿਵੇਂ ਮੈਟਰੋ ਸਿਟੀ ਦਿੱਲੀ ਵਗੈਰਾ 'ਚ ਤਾਂ ਤੁਹਾਨੂੰ ਤੀਜਾ ਗੇਅਰ ਵੀ ਨਹੀਂ ਪਾਉਣਾ ਪੈਂਦਾ, ਠੀਕ ਹੈ ਨੇ। ਬੰਪਰ ਟੂ ਬੰਪਰ ਟ੍ਰੈਫਿਕ ਹੈ ਤੇ ਉਦੋਂ ਫਿਰ ਕੀ ਹੈਗਾ, ਫਿਊਲ ਇਕੋਨਮੀ ਵਧੂਗੀ ਜਦੋਂ ਤੁਹਾਡੀ ਪੈਟਰੋਲ ਨੇ ਵਰਕ ਹੀ ਨਾ ਕੀਤਾ, ਇਕੱਲੀ ਬੈਟਰੀ ਹੀ ਵਰਕ ਕਰੇਗੀ, ਠੀਕ ਹੈ ਜੀ। ਉਸ ਤੋਂ ਬਾਅਦ 'ਚ ਸਮੂਦਰ ਡਰਾਈਵ ਹੈ। ਮਤਲਬ ਕੀ ਹੈ, ਜਦੋਂ ਇਹ ਗੱਡੀ ਸਟਾਰਟ ਹੋਈ ਦਾ ਵੀ ਨਹੀਂ ਪਤਾ ਲੱਗਦਾ। ਇਹ ਮੇਰਾ ਆਪ ਦਾ ਐਕਸਪੀਰੀਅੰਸ ਹੈ। ਹਾਈ ਰਾਈਡਰ ਇੱਕ ਦਿਨ ਡਿਸਪਲੇ ਤੇ ਆਈ ਸੀਗੀ,
ਤੇ ਮੈਂ ਬਾਹਲੀ ਨਹੀਂ ਇੱਥੋਂ ਫਰੰਟ ਗੇਟ ਤੋਂ ਲੈ ਕੇ ਐਂਡ ਤੱਕ ਚਲਾ ਕੇ ਦੇਖੀ ਸੀ ਵੀ ਗੱਡੀ ਦਾ ਪਤਾ ਹੀ ਨਹੀਂ ਲੱਗਦਾ ਵੀ ਗੱਡੀ ਸਟਾਰਟ ਹੈ ਮਤਲਬ ਸਾਇਲੈਂਟ ਹੈ, ਹਾਂ ਇੰਨੀ ਕੁ ਸਾਇਲੈਂਟ ਗੱਡੀ ਪੈਟਰੋਲ ਨਾਲੋਂ ਵੀ ਜੀ ਆਪਾਂ ਸਾਇਲੈਂਟ ਕੈਮਰੇ ਦੇ ਵਿੱਚ ਵੀ ਮੈਂ ਐਕਸਪੀਰੀਅੰਸ ਕੀਤਾ ਹੈਗਾ ਵੀ ਉਹ ਜਮਾ ਫੀਲ ਨਹੀਂ ਹੁੰਦਾ ਵੀ ਇੰਜਨ ਸਟਾਰਟ ਹੈ ਜਾਂ ਆਫ ਹੈਗਾ, ਠੀਕ ਹੈ ਨਹੀਂ। ਉਸ ਤੋਂ ਬਾਅਦ ਚੋਂ ਗੱਲ ਕਰੀਏ ਵੀ ਇਹ ਕੀ ਫੰਕਸ਼ਨ ਪਰਫਾਰਮ ਕਰਦੀ ਹੈਗੀ, ਉਹ ਇਹਦੇ ਵਿੱਚ ਲਿਖੀ ਗਈ ਹੈਗੀ। ਜਿਵੇਂ ਪਹਿਲਾਂ ਆਪਾਂ ਕੰਪੋਨੈਂਟਾਂ ਤੇ ਆ ਜਾਈਏ, ਇਹਦੇ ਮੈਂਸ਼ਨ ਕੀਤਾ ਗਿਆ ਹੈਗਾ ਹਾਈਬ੍ਰਿਡ HV ਸਟੈਂਡ ਫॉर ਹਾਈਬ੍ਰਿਡ ਵਹੀਕਲ, ਠੀਕ ਹੈ ਨਾ। ਉਹਦੀ ਅਸੈਂਬਲੀ ਹੈਗੀ ਆ, ਫਰੰਟ ਤੇ ਇੰਜਨ ਆ ਗਿਆ ਜੀ, ਇਹ ਫਰੰਟ ਵੀਲ ਡਰਾਈਵ ਹੋਊਗੀ, ਫਰੰਟ ਤੇ ਇੰਜਨ ਆ ਗਿਆ, ਪਿਛਲੇ ਪਾਸੇ ਇੱਕ ਲਿਥੀਅਮ ਆਇਨ ਬੈਟਰੀ ਰੱਖੀ ਗਈ ਹੈਗੀ, ਠੀਕ ਹੈ ਜੀ। ਉਸ ਤੋਂ ਬਾਅਦ ਚੋਂ ਗੈਸੋਲੀਨ ਇੰਜਨ ਹੈ, ਜਿਵੇਂ ਪਹਿਲੇ ਦੱਸਦਾ ਪੈਟਰੋਲ ਇੰਜਨ ਹੈਗਾ। ਇਹ ਪਾਵਰ ਕੰਟਰੋਲ ਯੂਨਿਟ ਇਹਦੇ ਹੀ ਲਾਇਆ ਗਿਆ, ਇੱਕ ਕੰਪੋਨੈਂਟ ਇਹ ਹੈ, ਇੱਕ ਇਲੈਕਟ੍ਰਿਕ ਮੋਟਰ ਹੈਗਾ ਤੇ ਇੱਕ ਇਲੈਕਟ੍ਰਿਕ ਜਨਰੇਟਰ ਹੈ। ਇਹ ਦੋਨੋਂ ਅਲੱਗ-ਅਲੱਗ ਕੰਪੋਨੈਂਟ ਹੈ। ਇਹ ਕਿਵੇਂ ਵਰਕ ਕਰਦੇ ਆ, ਇਹਦੇ ਲਈ ਆਪਣੇ ਕੋਲੇ ਮੋਡਿਊਲ ਹੈਗਾ ਉਹ 'ਚ ਪ੍ਰੋਪਰ ਤੁਹਾਨੂੰ ਪਤਾ ਲੱਗ ਜਾਊਗਾ ਵੀ ਹਾਂਜੀ ਜਦੋਂ ਆਪਾਂ ਬ੍ਰੇਕ ਲਾਉਂਦੇ ਆ ਉਦੋਂ ਕੀ ਫੰਕਸ਼ਨ ਪਰਫਾਰਮ ਕਰਦੇ ਆ, ਜਦੋਂ ਆਪਾਂ ਐਕਸੀਲੇਟ ਕਰਦੇ ਆ ਉਦੋਂ ਕੀ ਕਰਦੇ ਆ, ਠੀਕ ਹੈ ਜੀ। ਉਹ ਸਾਰੇ ਫੰਕਸ਼ਨ ਉੱਥੇ ਮੈਂ ਤੁਹਾਨੂੰ ਐਕਸਪਲੇਨ ਕਰ ਦਿੰਦਾ ਜੀ। ਉਸ ਤੋਂ ਬਾਅਦ ਚੋਂ ਇੱਕ ਛੋਟੀ ਜਿਹੀ ਚੀਜ਼ ਮੈਂ ਤੁਹਾਨੂੰ ਹੋਰ ਦੱਸਦਾ ਜੀ। ਆ ਸਾਡੀ ਫੈਮਿਲੀ ਕਹਿ ਸਕਦੇ ਆ ਵੀ ਜਿੰਨੇ ਵਹੀਕਲ ਆਉਂਦੇ ਹੈਗੇ ਉਹਦੇ 'ਚ ਹੈਗੀ ਆ ਸਟਰੋਂਗ ਹਾਈਬ੍ਰਿਡ ਆ ਗਏ, ਉਹ ਆਪਣੇ ਪਲੱਗ-ਇਨ ਹੁੰਦਾ ਹੈਗਾ ਵੀ ਜਿਹੜੀ ਆਪਾਂ ਚਾਰਜ ਕਰਦੇ ਹੈਗੇ ਉਹ ਵਾਲੀ ਆ ਜਾਂਦੀ ਹੈਗੀ। ਇਹ 'ਚ ਸਾਰੀਆਂ ਦੱਸੀਆਂ ਗਈਆਂ ਵੀ ਆਪਣੇ ਟੋਇਟਾ ਕੀ ਤੁਹਾਨੂੰ ਦਿੰਦੀ ਹੈਗੀ। ਉਸ ਤੋਂ ਬਾਅਦ ਚੋਂ ਆਹ 4 ਫੰਕਸ਼ਨ ਪਰਫਾਰਮ ਕਰਦੀ ਆ ਮੇਜਰ ਜੀ। ਸਟਾਰਟਿੰਗ ਆਫ, ਠੀਕ ਹੈ ਨੇ, ਰੈਗੂਲਰ ਡਰਾਈਵ ਆ ਗਿਆ, ਫਿਊਲ ਐਕਸੀਲੇਸ਼ਨ ਆ ਗਿਆ ਤੇ ਆ ਡੀ ਐਕਸੀਲੇਸ਼ਨ ਤੇ ਬ੍ਰੇਕਿੰਗ। ਉਹ ਬਾਕੀ ਸਾਰਾ ਕੁਝ ਉੱਥੇ ਹੈਗਾ। ਮੈਂ ਜਿਵੇਂ ਆਪਾਂ ਪਹਿਲਾਂ ਹੀ ਤੁਹਾਨੂੰ ਚਾਰਟ ਤੇ ਦੱਸਤਾ ਹੈਗਾ ਵੀ ਕੀ ਕੁਝ ਹੈਗਾ ਹਾਈਬ੍ਰਿਡ, ਤੇ ਆ ਉਹਦਾ ਪ੍ਰੋਪਰ ਇੱਕ ਮੋਡਿਊਲ ਹੈਗਾ ਬਣਾ ਕੇ, ਮਾਡਲ ਬਣਾ ਕੇ ਰੱਖਿਆ ਹੈਗਾ। ਇਹਦੇ 'ਚ ਸਾਰੇ ਕੰਪੋਨੈਂਟ ਹੈ, ਇੱਕ ਕਾਰ ਦਾ ਹੀ ਮਾਡਲ ਬਣਾ। ਇਹ ਜਿਵੇਂ ਆਪਾਂ ਪਹਿਲਾਂ ਹੀ ਤੁਹਾਨੂੰ ਵਾਲ ਤੇ ਦਿਖਾਤਾ ਸੀਗਾ ਵੀ ਕਿਵੇਂ ਹਾਈਬ੍ਰਿਡ ਵਰਕ ਕਰਦਾ ਹੈਗਾ, ਉਹਦਾ ਇੱਕ ਪ੍ਰੋਪਰ ਕਾਰ ਦਾ ਮਾਡਲ ਹੈਗਾ ਇਹ। ਇਹਦੇ ਵਿੱਚ ਕੀ ਹੈਗਾ, ਕਾਰ ਦਾ ਇੰਜਨ ਹੈ। ਆ ਮਾੜਾ ਜਿਹਾ ਮੈਂ ਕਹੂੰਗਾ ਕੈਮਰਾਮੈਨ ਨੂੰ ਇੱਧਰ ਦਿਖਾ ਦਿਓ। ਇਹਦੇ ਵਿੱਚ ਕੀ ਹੈ ਜੀ, ਆਹ ਕਾਰ ਦਾ ਫਰੰਟ ਫੇਸ ਆ ਜਾਊਗਾ, ਠੀਕ ਹੈ ਨਾ ਜੀ, ਆ ਇਹਦਾ ਬੈਕ ਆ ਜਾਊਗਾ। ਇਸ ਤੋਂ ਬਾਅਦ 'ਚੋਂ ਇਹਦੀ ਆਪਾਂ ਕੰਪੋਨੈਂਟ ਦੀ ਗੱਲ ਕਰ ਲਈਏ, ਇਹ ਗੱਡੀ ਫਰੰਟ ਵੀਲ ਡਰਾਈਵ ਹੈਗੀ, ਇੰਜਨ ਆ ਗਿਆ ਹੈਗਾ। ਉਸ ਤੋਂ ਬਾਅਦ 'ਚੋਂ ਮੋਟਰ ਜਨਰੇਟਰ 1 ਆ ਜੂ, ਮੋਟਰ ਜਨਰੇਟਰ 2 ਆ ਜੂਗੀ, ਇਨਵਰਟਰ ਕਨਵਰਟਰ ਆ ਜੂਗਾ ਇਹਦੇ 'ਚ ਜੀ। ਔਰ ਇਹ ਉਹ ਬੈਟਰੀ ਹੈਗੀ ਜਿਹਦੇ ਤੇ ਸਟ੍ਰੈਸ ਦਿੱਤੀ ਜਾ ਰਹੀ ਹੈ ਟੋਇਟਾ ਬੰਨੀਓ ਵੀ ਇਹ ਆਪਾਂ ਹਾਈਬ੍ਰਿਡ ਵਹੀਕਲ ਲਾਂਚ ਕੀਤਾ। ਮੇਨ ਕੰਪੋਨੈਂਟ ਹੈਗਾ ਇਹ ਵਹੀਕਲ ਦਾ ਹਾਈਬ੍ਰਿਡ। ਹੁਣ ਆਪਾਂ ਗੱਲ ਕਰਾਂਗੇ ਵੀ ਇਹ ਵਰਕ ਕਿਵੇਂ ਕਰਦਾ ਹੈਗਾ। ਇਹਦੇ 'ਚ ਕੀ ਹੈਗਾ, ਸਭ ਤੋਂ ਪਹਿਲਾਂ ਰੈਡੀ ਔਨ, ਮੈਂ ਆਪਾਂ ਇਗਨੀਸ਼ਨ ਔਨ ਕਰਤਾ ਹੈਗਾ। ਰੈਡੀ ਔਨ ਦੇ ਵਿੱਚ ਕਾਫੀ ਲੱਗੀਆਂ ਪਹਿਲਾਂ, ਇੱਕ ਵਾਰੀ ਤੁਸੀਂ ਹਾਂ ਮੈਂ ਸਵਿਚਸ ਬਰੀਫ ਕਰਾਂ। ਰੈਡੀ ਔਨ ਦੀ ਸਵਿਚ ਹੈਗੀ, ਉਸ ਤੋਂ ਬਾਅਦ ਸਟਾਰਟਿੰਗ ਆਫ EV ਮੋਡ, ਠੀਕ ਹੈ ਨਾ, ਇਲੈਕਟ੍ਰਿਕ ਮੋਡ ਦੀ ਹੈਗੀ। ਉਸ ਤੋਂ ਬਾਅਦ 'ਚੋਂ ਇੰਜਨ ਸਟਾਰਟਿੰਗ ਦੀ ਹੈ, ਕਰੂਜ਼ਿੰਗ ਦੀ ਹੈਗੀ, ਐਕਸਲੇਸ਼ਨ ਦੀ ਹੈ, ਬ੍ਰੇਕਿੰਗ ਦੀ ਹੈ ਤੇ ਰਿਵਰਸ ਗੀਅਰ ਦੀ ਹੈਗੀ। ਇਹ ਸਾਰੀਆਂ ਇਹਦੀਆਂ ਜਿੰਨੇ ਵੀ ਇਹ ਫੰਕਸ਼ਨ ਪਰਫਾਰਮ ਕਰੂਗੀ ਉਹਦੇ ਇਹ ਬਟਨਸ ਦਿੱਤੇ ਗਏ ਆ, ਠੀਕ ਹੈ। ਇਹ ਮਾਡਲ ਸਟਾਰਟ, ਇਹਦੇ ਸਾਰਿਆਂ ਤੋਂ ਪਹਿਲਾਂ ਜਿਹੜਾ ਫੰਕਸ਼ਨ ਹੈਗਾ ਉਹ ਰੈਡੀ ਔਨ ਦਾ ਹੈਗਾ। ਜਦੋਂ ਆਪਾਂ ਇਹਨੂੰ ਰੈਡੀ ਔਨ ਪ੍ਰੈਸ ਕਰਾਂਗੇ ਉਹ ਇੱਥੇ ਵੀ ਆ ਜਾਊਗਾ, ਤੁਹਾਡੇ ਕੋਲੇ ਲਿਖਿਆ ਪਿਆ ਰੈਡੀ ਔਨ। ਇਹਦੇ 'ਚ ਕੀ ਹੈਗਾ ਵੀ ਜਿੰਨਾ ਆਪਣਾ ਇਕੱਲਾ ਇਗਨੀਸ਼ਨ ਔਨ ਹੋਇਆ, ਇੰਜਨ ਨਹੀਂ ਸਟਾਰਟ ਹੋਇਆ, ਜਿੰਨੇ ਇਲੈਕਟ੍ਰੋਨਿਕ ਫੰਕਸ਼ਨ ਆ ਉਹ ਪਰਫਾਰਮ ਹੋਣ ਲੱਗ ਗਏ ਆ। ਆਪਾਂ ਤੁਸੀਂ ਹੈਡਲਾਈਟਸ ਚਲਾਉਣੀਆਂ ਹੈ, ਤੁਸੀਂ MP3 ਪਲੇਅਰ ਚਲਾਉਣਾ ਹੈਗਾ, ਉਸ ਤੋਂ ਬਾਅਦ 'ਚੋਂ ਵਿੰਡੋ ਹੈ ਜਿਹੜੇ ਅਪਸ ਡਾਊਨ ਕਰਨੇ ਆ ਉਹ ਇਹਦੇ ਫੰਕਸ਼ਨ ਪਰਫਾਰਮ ਹੋ ਜਾਣਗੇ। ਮਤਲਬ ਇਹਦੇ 'ਚ ਇਕੱਲੀ ਜਿਹੜੀ ਹੈਗੀ ਆਪਣੀ ਬੈਟਰੀ ਹੀ ਵਰਕ ਕਰੂਗੀ, ਇੰਜਨ ਇਹਦੇ 'ਚ ਕੋਈ ਵਰਕ ਨਹੀਂ ਕਰੂਗਾ। ਆਪਣਾ ਪਹਿਲਾਂ ਇਹਦੇ ਵਿੱਚ ਆ ਜਾ ਰਹੀ ਹੈ ਜਿਹੜੀ ਆਹ LED ਸ਼ੋਅ ਕਰ ਰਹੀ ਹੈ ਨਾ ਵਾਈਟ ਕਲਰ ਦੀ, ਇਟ ਮੀਨ ਆਹ ਜਿਹੜੀ ਬੈਟਰੀ ਆ ਉਹ ਤੋਂ ਜਿਹੜੀ ਪਾਵਰ ਜਾ ਰਹੀ ਹੈ ਇਨਵਰਟਰ ਕਨਵਰਟਰ ਦੇ ਵਿੱਚ, ਰੈਡੀ ਔਨ ਦੇ ਵਿੱਚ, ਜਦੋਂ ਆਪਾਂ ਰੈਡੀ ਔਨ ਕਰਾਂਗੇ। ਉਸ ਤੋਂ ਬਾਅਦ 'ਚੋਂ ਜਿਹੜਾ ਦੂਜਾ ਇਹਦਾ ਆ ਜਾਊਗਾ ਉਹ ਹੈਗਾ ਸਟਾਰਟਿੰਗ ਆਫ EV ਵਹੀਕਲ। ਇਹ ਆਪਾਂ ਪ੍ਰੈਸ ਕੀਤਾ, ਹੁਣ ਇੱਧਰ ਦੇਖੋਗੇ ਤੁਸੀਂ ਬੈਟਰੀ ਨੇ ਪਾਵਰ ਦਿੱਤੀ ਇਨਵਰਟਰ ਜਨਰੇਟਰ ਨੂੰ, ਠੀਕ ਹੈ। ਉਸ ਤੋਂ ਬਾਅਦ 'ਚੋਂ ਪਾਵਰ ਗਈ ਜਿਹੜਾ ਹੈਗਾ MG ਯਾਨੀ ਮੋਟਰ ਜਨਰੇਟਰ 2 ਨੂੰ, ਉਹਨੇ ਕੀ ਦਿੱਤਾ ਹੈਗਾ, ਟਰਾਂਸਮਿਸ਼ਨ ਨੂੰ ਪਾਵਰ ਦਿੱਤੀ ਹੈ ਤੇ ਗੱਡੀ ਸਟਾਰਟ ਹੋ ਗਈ ਹੈਗੀ। ਹਜੇ ਵੀ ਨਹੀਂ ਇੰਜਨ ਵਰਕ ਕਰ ਰਿਹਾ। ਹੁਣ ਇਹ ਆਪਾਂ ਕਹਿ ਸਕਦੇ ਹਾਂ ਇਕੱਲੀ ਬੈਟਰੀ ਤੇ ਵਰਕ ਹੈ, ਮਤਲਬ ਇੰਜਨ ਹਜੇ ਆਫ ਹੈ। ਇੰਜਨ ਹਜੇ ਆਫ ਹੈ ਔਰ ਇਕੱਲੀ ਬੈਟਰੀ ਤੇ ਇਹ ਰਨ ਕਰ ਰਹੀ ਹੈ ਅੱਗੇ। ਉਸ ਤੋਂ ਬਾਅਦ 'ਚ ਆਪਾਂ ਗੱਲ ਕਰੀਏ ਤੀਜਾ ਆਪਸ਼ਨ, ਜਿਵੇਂ ਇਹਦੇ ਨਾਮ ਤੋਂ ਹੀ ਕਲੀਅਰ ਹੋ ਰਿਹਾ ਹੈਗਾ ਇੰਜਨ ਸਟਾਰਟਿੰਗ, ਇਹਨੂੰ ਆਪਾਂ ਪ੍ਰੈਸ ਕਰ ਦਾਂਗੇ, ਠੀਕ ਹੈ ਨਾ ਜੀ। ਇੰਜਨ ਸਟਾਰਟਿੰਗ ਦੇ ਵਿੱਚ ਕੀ ਹੋਏਗਾ, ਪਾਵਰ ਸੇਮ ਇੱਥੋਂ ਤੱਕ ਦਾ ਰਹੂਗਾ। ਇਨਵਰਟਰ ਕਨਵਰਟਰ ਤੋਂ ਗਈ, ਮੋਟਰ ਜਨਰੇਟਰ 2 ਨੂੰ ਗਈ, ਇਹਨੂੰ ਗਈ, ਠੀਕ ਹੈ ਜੀ। ਹੁਣ ਇਹਨੇ ਇੱਕ ਐਕਸਟਰਾ ਕੰਮ ਕੀ ਕਰਤਾ,
ਮੋਟਰ ਜਨਰੇਟਰ 1 ਨੂੰ ਵੀ ਪਾਵਰ ਦੇਣੀ ਸਟਾਰਟ ਕਰਤੀ ਹੈਗੀ। ਦੋ ਆਉਂਦੀਆਂ ਨੇ ਮੋਟਰ ਜਨਰੇਟਰ 2 ਨੇ ਇਹਦੇ 'ਚ, ਠੀਕ ਹੈ ਨੇ। ਉਸ ਤੋਂ ਬਾਅਦ 'ਚੋਂ ਜਿਹੜੀ ਪਾਵਰ ਹੈਗੀ ਉਹ ਇੰਜਨ ਤੋਂ ਵੀ ਦਿੱਤੀ ਜਾ ਰਹੀ ਹੈਗੀ। ਇਹਦੇ ਵਿੱਚ ਸਾਫ ਤੁਸੀਂ ਦੇਖ ਸਕਦੇ ਹੋਗੇ, ਠੀਕ ਹੈ ਨਾ ਜੀ। ਔਰ ਇਹਦੇ ਨਾਲ ਕੀ ਹੈਗਾ, ਆਪਣਾ ਇੰਜਨ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀਗਾ, ਸਟਾਰਟਿੰਗ ਇੰਜਨ ਹੈਗਾ, ਇੰਜਨ ਦੀ ਪਾਵਰ ਨਾਲ ਵੀਲ ਘੁੰਮ ਰਹੇ ਆ। ਉਸ ਤੋਂ ਬਾਅਦ 'ਚੋਂ ਆ ਜਾਂਦਾ ਕਰੂਜ਼ਿੰਗ। ਇਹਦਾ ਜਿਹੜਾ 4th ਆਪਸ਼ਨ ਹੈਗੀ ਉਹ ਹੈਗੀ ਹੈ ਕਰੂਜ਼ਿੰਗ। ਹੁਣ ਜਦੋਂ ਤੁਸੀਂ ਕਰੂਜ਼ ਪ੍ਰੈਸ ਕਰ ਦੋਗੇ ਤਾਂ ਇੱਧਰ ਤੁਸੀਂ ਦੇਖੋਗੇ ਇੰਜਨ ਨੇ ਕੀ ਕੀਤਾ ਹੈਗਾ, ਪਾਵਰ ਦੇਤੀ ਮੋਟਰ ਜਨਰੇਟਰ 1 ਨੂੰ, ਠੀਕ ਹੈ ਜੀ। ਆ ਮੋਟਰ ਜਨਰੇਟਰ 1 ਤੋਂ ਜਾ ਰਹੀ ਹੈਗੀ, ਠੀਕ ਹੈ। ਉਸ ਤੋਂ ਬਾਅਦ 'ਚੋਂ ਕਰੂਜ਼ਿੰਗ 'ਤੇ ਕੀ ਹੈਗਾ, ਆ ਪਾਵਰ ਇੱਧਰ ਆਵਾਂਗੇ ਬਾਅਦ 'ਚੋਂ, ਪਹਿਲਾਂ ਆਪਾਂ ਇਹਨੂੰ ਕਰ ਲਈਏ। ਪਾਵਰ ਵਾਪਸ ਇਹਨੂੰ ਜਾ ਰਹੀ ਹੈ ਬੈਟਰੀ ਨੂੰ, ਤਾਂ ਕਿ ਬੈਟਰੀ ਹੈ ਜਿਹੜੀ ਉਹ ਡਰੇਨ ਨਾ ਹੋ ਜੇ, ਵੀ ਬੈਟਰੀ ਘੱਟ ਚਾਰਜ ਵੀ ਨਾ ਹੋਵੇ, ਓਵਰ ਚਾਰਜ ਵੀ ਨਾ ਹੋਵੇ, ਅੰਡਰ ਚਾਰਜ ਨਹੀਂ ਨਾ ਹੋਵੇ ਤੇ ਓਵਰ ਚਾਰਜ ਵੀ ਨਾ ਹੋਵੇ। ਕਹਿੰਦਾ ਭਾਵੇਂ ਹੁਣ ਇੰਜਨ ਇਹਨੂੰ ਚਾਰਜ ਵੀ ਕਰ ਰਿਹਾ ਹੈ। ਹਾਂ, ਇੰਜਨ ਨਾਲ ਗੱਡੀ ਨੂੰ ਪਾਵਰ ਵੀ ਦੇ ਰਿਹਾ ਹੈ ਔਰ ਉਹ ਮੋਟਰ ਜਨਰੇਟਰ ਦੇ ਥਰੂ ਉਹਨੂੰ ਚਾਰਜ ਵੀ ਕਰ ਰਿਹਾ ਹੈਗਾ। ਉਸ ਚੌਥਾ ਆ ਜਾਂਦਾ ਐਕਸੀਲਰੇਸ਼ਨ ਵਾਲਾ। ਐਕਸੀਲਰੇਸ਼ਨ 'ਚ ਕੀ ਹੁੰਦਾ ਹੈਗਾ, ਵੀ ਤੁਸੀਂ ਇੱਕਦਮ ਐਕਸੀਲਰੇਟ ਪ੍ਰੈਸ ਕੀਤਾ ਉਦੋਂ ਕੀ ਹੋਊਗਾ, ਇੰਜਨ ਨੂੰ ਵੱਧ ਪਾਵਰ ਦੇਣੀ ਪਊਗੀ ਗੱਡੀ ਨੂੰ ਭਜਾਉਣ ਦੇ ਲਈ। ਉਸ ਟਾਈਮ ਕੀ ਹੁੰਦਾ ਹੈਗਾ, ਇਹ ਵਾਪਸ ਮੋਟਰ ਜਨਰੇਟਰ ਕਨਵਰਟਰ ਨੂੰ ਵੀ ਦੇ ਰਹੀ ਹੈ ਪਾਵਰ, ਠੀਕ ਹੈ ਨਾ, ਇਹ ਵੀ ਦੇ ਰਹੀ ਹੈ। ਉਸ ਟਾਈਮ ਕੀ ਹੈ, ਇਹ ਦੋਨੇ ਦੇਖੋ, ਇੱਧਰ ਦੇਖੋਗੇ ਮਾੜਾ ਜਿਹਾ ਮੈਂ ਕਹੂੰ, ਇੰਜਨ ਵੀ ਇੱਧਰ ਪਾਵਰ ਦੇ ਰਿਹਾ ਹੈਗਾ ਟਰਾਂਸਮਿਸ਼ਨ ਨੂੰ, ਇੱਧਰੋਂ ਮੋਟਰ ਜਨਰੇਟਰ ਵੀ ਦੇ ਰਹੀ ਹੈ। ਇਹ ਦੋਨਾਂ ਦਾ ਟਾਰਕ ਇਹਨੂੰ ਜਾ ਰਿਹਾ, ਡਬਲ ਪਾਵਰ ਹੋ ਗਿਆ, ਆਪਾਂ ਡਬਲ ਪਾਵਰ ਸੋਰਸ ਕਹਿ ਸਕਦੇ ਹਾਂ ਆਪਾਂ, ਵੀ ਦੋਨੇ ਚੀਜ਼ਾਂ ਵਰਕ ਕਰ ਰਹੀਆਂ ਇਹਦੇ, ਦੋਨੇ ਚੀਜ਼ਾਂ ਇਹਦੇ 'ਚ ਵਰਕ ਕਰਨਗੀਆਂ। ਉਸ ਤੋਂ ਬਾਅਦ 'ਚ ਜਿਹੜਾ ਆਪਸ਼ਨ ਆ ਜਾਂਦਾ ਉਹ ਆ ਜਾਂਦਾ ਹੈਗਾ ਬ੍ਰੇਕਿੰਗ ਦਾ। ਹੁਣ ਤੁਸੀਂ ਬ੍ਰੇਕ ਵਾਲਾ ਪੈਡਲ ਪ੍ਰੈਸ ਕੀਤਾ, ਉਸ ਟਾਈਮ ਜਿਹੜੀ એનર્ਜੀ ਵੇਸਟ ਹੋਊਗੀ, ਵੀ એનર્ਜੀ ਪਹਿਲਾਂ ਕੀ ਹੁੰਦੀ ਸੀ, ਤੁਸੀਂ ਬ੍ਰੇਕ ਪ੍ਰੈਸ ਕਰ ਦਿੰਦੇ ਸੀ, એનર્ਜੀ ਹੋ ਜਾਂਦੀ ਸੀਗੀ ਵੇਸਟ। ਉਸ ਟਾਈਮ ਕੀ ਕਰਨਾ ਹੈਗਾ, ਮੋਟਰ ਜਨਰੇਟਰ 2 ਨੇ ਕਨਵਰਟਰ ਨੂੰ ਪਾਵਰ ਦੇ ਦੇਣੀ ਆ, ਉਹਨੇ ਕੀ ਕਰਨਾ, ਇਸ ਬੈਟਰੀ ਨੂੰ ਚਾਰਜ ਕਰ ਦੇਣਾ ਹੈਗਾ। ਕਹਿੰਦਾ ਭਾਵੇਂ ਜਿਹੜੀ ਬ੍ਰੇਕਿੰਗ ਤੋਂ ਜਿਹੜੀ એનર્ਜੀ ਨਿਕਲੂਗੀ ਉਹ ਇਹ ਐਜ਼ ਏ ਚਾਰਜ ਹੋਣ ਦੇ ਵਿੱਚ ਯੂਜ਼ ਕਰਦੇ ਆ, ਉਹ ਜਿਹੜੀ એનર્ਜੀ ਵੇਸਟ ਹੁੰਦੀ ਸੀ ਉਹ ਬੈਟਰੀ ਨੂੰ ਚਾਰਜ ਕਰ ਦੋਗੇ। ਔਰ ਉਸ ਤੋਂ ਬਾਅਦ 'ਚ ਇਹਦਾ ਲਾਸਟ ਆਪਸ਼ਨ ਆ ਜਾਂਦਾ ਹੈਗਾ ਆਪਣਾ ਰਿਵਰਸ ਦਾ। ਇਹਨੂੰ ਤੁਸੀਂ ਪ੍ਰੈਸ ਕਰੋਗੇ, ਰਿਵਰਸ ਦੇ ਵਿੱਚ ਕੀ ਹੈਗਾ, ਇੰਜਨ ਨੇ ਪਾਵਰ ਨਹੀਂ ਦੇਣੀ ਟਰਾਂਸਮਿਸ਼ਨ ਨੂੰ ਡਾਇਰੈਕਟਲੀ। ਹਾਂ, ਇੰਜਨ ਵਾਲੀ ਪਾਵਰ ਕੁਛ ਨਹੀਂ ਜਾ ਰਹੀ, ਡਾਇਰੈਕਟ ਤੁਸੀਂ ਇੱਧਰ ਦੇਖੋਗੇ ਆਹ ਪਾਵਰ ਆ ਰਹੀ ਹੈ, ਇਹ ਲੂਪ ਬਣਿਆ ਹੋਇਆ। ਰਿਵਰਸ ਗੇਅਰ ਤੇ ਹਮੇਸ਼ਾ ਜਿਹੜੀ ਗੱਡੀ ਆ ਉਹ ਬੈਟਰੀ ਤੇ ਹੀ ਚੱਲੂਗੀ। ਇਹ ਜਿਵੇਂ ਆਪਾਂ ਪਹਿਲਾਂ ਦੱਸਿਆ ਸੀਗਾ ਤੁਹਾਨੂੰ ਵੀ 60% ਵਰਕ ਕਰਦੀ ਹੈਗੀ ਬੈਟਰੀ, ਉਹਦੇ ਨਾਲ ਫਿਊਲ ਇਕੋਨਮੀ ਇਹਦੀ ਇਨਕਰੀਜ਼ ਹੁੰਦੀ ਹੈਗੀ। ਇਹਦਾ ਭਾਵ ਜੇ ਤੁਸੀਂ ਮੰਨ ਲਓ ਹੁਣ ਸਿਟੀ ਦੇ ਵਿੱਚੋਂ ਤੁਸੀਂ ਪਾਰਕਿੰਗ ਵਗੈਰਾ 'ਚ ਖੜ੍ਹੇ ਹੋ ਤਾਂ ਇਹ ਇਕੱਲੀ ਗੱਡੀ ਜਿਹੜੀ ਹੈਗੀ ਬੈਟਰੀ 'ਤੇ ਵਰਕ ਕਰੇਗੀ, ਮਾਈਲੇਜ ਤੁਹਾਡੀ ਇਨਕਰੀਜ਼ ਹੋਗੀ। ਇਸ ਤੋਂ ਇਲਾਵਾ ਤੁਸੀਂ ਰਿਵਰਸ ਕਰਦੇ ਹੋ ਤਾਂ ਤੁਹਾਡੀ ਜਿਹੜੀ ਹੈਗੀ ਹੈ ਬੈਟਰੀ, ਇਹਦੇ ਮਤਲਬ ਇਹ ਚੀਜ਼ਾਂ ਹੀ ਮਿਲਾ ਕੇ ਤਾਂ ਮਤਲਬ ਪਾਵਰ ਕਹਿ ਸਕਦੇ ਆਪਾਂ ਮਾਈਲੇਜ ਜ਼ਿਆਦਾ ਆ ਜਾਂਦਾ। ਉਸ ਤੋਂ ਬਾਅਦ 'ਚ ਇੱਕ ਇਹਦੇ ਲਈ ਹੋਰ ਚੀਜ਼ ਜ਼ਰੂਰੀ ਹੈ ਵੀ ਜਿਹੜੀ ਤੁਹਾਡੀ ਬੈਟਰੀ ਹੈਗੀ ਉਹ 100% ਚਾਰਜ ਹੋਣੀ ਚਾਹੀਦੀ ਹੈ, ਫਿਰ ਹੀ ਬੈਟਰੀ ਵਰਕ ਕਰੂਗੀ। ਜੇ ਤੁਹਾਡੀ ਬੈਟਰੀ ਡਾਊਨ ਹੈ ਜਾਂ ਚਾਰਜ ਨਹੀਂ ਹੈਗੀ ਤਾਂ ਇਹ ਬੈਟਰੀ ਫੰਕਸ਼ਨ ਪਰਫਾਰਮ ਨਹੀਂ ਕਰੂਗੀ। ਹੁਣ ਇਹ ਚਾਰਜ ਕਰਨ ਲਈ ਉਹ ਚੀਜ਼ਾਂ ਜਿਹੜੀਆਂ ਆਪਾਂ ਦੇਖ ਚੁੱਕੇ ਆਂਗੇ ਵੀ ਜਿਹੜਾ ਕਨਵਰਟਰ ਹੈ ਉਹ ਪਾਵਰ ਲੈ ਕੇ ਬ੍ਰੇਕਿੰਗ ਟਾਈਮ ਉਹਨੂੰ ਚਾਰਜ ਕਰ ਦਿੱਤਾ ਜਾਂਦਾ, ਇਸੇ ਕਰਕੇ ਇਹਨੂੰ ਸੈਲਫ ਚਾਰਜਿੰਗ ਵਹੀਕਲ ਕਿਹਾ ਜਾਂਦਾ, ਵੀ ਉਹ ਆਪਣੇ ਆਪ ਹੀ ਚਾਰਜ ਹੁੰਦਾ ਹੈਗਾ। ਤੁਹਾਡਾ ਜਿਹੜਾ ਹੈਗਾ ਵੀ ਆਹ ਮੋਡਿਊਲ ਜਿਹੜਾ ਹੈਗਾ ਬਹੁਤ ਸੋਹਣਾ ਬਣਿਆ ਹੋਇਆ, ਇਹਦੇ ਨਾਲ ਮਤਲਬ ਸਮਝਣਾ ਈਜ਼ੀ ਹੋ ਜਾਂਦਾ, ਬਹੁਤ ਵਧੀਆ। ਅਤੇ ਦੂਜੀ ਗੱਲ ਜੇ ਆਪਾਂ ਇਹਦੀ ਮਾਈਲੇਜ ਵਗੈਰਾ ਦੀ ਗੱਲ ਕਰੀਏ ਪਲੱਸ ਇਹਦੀ ਵਾਰੰਟੀ ਦੀ ਗੱਲ ਕਰੀਏ ਤਾਂ ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜਿਹੜੀ ਵਾਰੰਟੀ ਹੈਗੀ, ਆਪਾਂ ਵਾਰੰਟੀ ਨੂੰ 2 ਪਾਰਟ ਦੇ ਵਿੱਚ ਕਵਰ ਕਰ ਲੈਂਦੇ ਹਾਂ। ਜਿਹੜਾ ਪਹਿਲਾ ਪਾਰਟ ਹੈ ਉਹ ਹੈਗਾ ਵਹੀਕਲ ਦੀ ਵਾਰੰਟੀ ਹੈ ਜਿਹੜੀ ਸਟੈਂਡਰਡ ਹੈ 3 ਸਾਲ ਤੇ 1 ਲੱਖ ਕਿਲੋਮੀਟਰ ਦੀ ਟੋਇਟਾ ਪ੍ਰੋਵਾਈਡ ਕਰਦੀ ਹੈ। ਦੂਜਾ ਪਾਰਟ ਕਵਰ ਕਰੀਏ ਆਪਾਂ ਬੈਟਰੀ ਦਾ 8 ਸਾਲ ਦੀ ਵਾਰੰਟੀ ਹੈਗੀ। ਉਹ ਜਿਵੇਂ ਤੁਸੀਂ ਪਿੱਛੇ ਮਾੜਾ ਜਿਹਾ ਦੇਖੋਗੇ ਉਹ ਮੈਂਸ਼ਨ ਵੀ ਕੀਤਾ ਹੋਇਆ ਹੈਗਾ ਟੋਇਟਾ ਨੇ ਵੀ ਹਾਂਜੀ ਅਸੀਂ 8 ਸਾਲ ਦੀ ਵਾਰੰਟੀ ਦੇ ਰਹੇ ਹੈਗੇ। ਟੋਇਟਾ ਨੇ ਬਕਾਇਦਾ ਇਹ ਚੀਜ਼ਾਂ ਨੂੰ ਕੀਤਾ ਹੈਗਾ ਜੀ, ਠੀਕ ਹੈ ਜੀ। ਉਸ ਤੋਂ ਬਾਅਦ 'ਚ ਜੇ ਆਪਾਂ ਫਿਊਲ ਇਕੋਨਮੀ ਦੀ ਗੱਲ ਕਰੀਏ, ਜਿਹੜੀ ਫਿਊਲ ਇਕੋਨਮੀ ਹੈ 27.97 ਕਿਲੋਮੀਟਰ ਪਰ ਲੀਟਰ ਦੀ ਹਾਈਬ੍ਰਿਡ ਦੀ, ਇਹ ਅਰਾਈ ਨੇ ਹੀ ਕੀਤਾ ਹੈਗਾ। ਅਰਾਈ ਜਿਵੇਂ ਆਪਾਂ ਪਹਿਲਾਂ ਹੀ ਦੱਸਤਾ ਵੀ ਥਰਡ ਪਾਰਟੀ ਹੈਗੀ, ਉਹਦਾ ਟੋਇਟਾ ਨਾਲ ਮਤਲਬ ਕੋਈ ਕੰਸਰਨ ਜਾਂ ਕੋਈ ਲੈਣਾ ਦੇਣਾ ਹੈ ਨਹੀਂ ਗਾ, ਉਹ ਥਰਡ ਪਾਰਟੀ ਹੈ, ਉਹ ਇਕੱਲੀ ਮਾਈਲੇਜ ਹੀ ਦੱਸਦੀ ਹੈ, ਉਹਦੇ ਵੱਲੋਂ ਟੈਸਟਡ ਹੈ, ਕਾਮਨ ਹੈ ਉਹਦੇ ਲਈ ਸਾਰੀਆਂ ਕੰਪਨੀਆਂ ਤੇ ਹੈਗੀ ਆ। ਦੂਜੀ ਗੱਲ ਇਹ ਹੈਗੀ ਹੈ ਵੀ ਇਹਦਾ ਜੇ ਆਪਾਂ ਐਜ਼ ਕੰਪੇਅਰ ਜਿਵੇਂ CNG ਵਗੈਰਾ ਹੋ ਗਿਆ, ਜਿਵੇਂ ਹੁਣ CNG ਆਪਾਂ ਨੂੰ ਪਤਾ ਵੀ ਰੇਟ ਕਾਫੀ ਹੈ, ਤਾਂ ਇਸ ਦਾ ਮਤਲਬ ਹੁਣ ਇਹੀ ਇੱਕ ਆਪਸ਼ਨ ਰਹੇਗੀ ਜਿਹਦੇ ਤੁਹਾਨੂੰ ਮਾਈਲੇਜ ਬਹੁਤ ਵਧੀਆ ਮਿਲ ਜੂਗੀ, ਹੈ ਨਾ। ਤੁਹਾਨੂੰ ਸਾਰੀਆਂ ਚੀਜ਼ਾਂ ਹੀ ਮਿਲਣਗੀਆਂ। ਦੇਖੋ ਸਭ ਤੋਂ ਪਹਿਲਾਂ ਤਾਂ ਕੀ ਹੈਗਾ, ਤੁਸੀਂ ਇਹ 'ਤੇ ਇਨਵੈਸਟਮੈਂਟ ਕਰਨੇ ਹੋਗੇ ਆਪਦੀ, ਠੀਕ
ਤੇ ਜੇ ਟੋਇਟਾ ਕਿਸੇ ਚੀਜ਼ ਤੇ ਵਰਕ ਕਰ ਰਹੀ ਹੈ ਤਾਂ ਉਹ ਕੁਝ ਸੋਚ ਸਮਝ ਕੇ ਹੀ ਕਰ ਰਹੀ ਹੈਗੀ। ਕਸਟਮਰ ਨੂੰ ਟੋਇਟਾ ਤੇ ਸ਼ੁਰੂ ਤੋਂ ਹੀ, ਜਦੋਂ ਤੋਂ ਟੋਇਟਾ ਇੰਡੀਆ ਤੇ ਆਈ ਹੈ, ਕੋਇਲਸ ਪਹਿਲਾ ਵਹੀਕਲ ਸੀਗਾ ਇੰਡੀਆ ਦੇ ਵਿੱਚ, ਉਦੋਂ ਤੋਂ ਹੀ ਟਰਸਟ ਬਣਿਆ ਵਾ। ਟੋਇਟਾ ਕੁਝ ਸੋਚ ਕੇ ਹੀ ਇਹ ਨਵਾਂ ਜਿਹੜੀ ਆਪਣੀ ਟੈਕਨੋਲੋਜੀ ਲੈ ਕੇ ਆਈ ਹੈਗੀ, ਠੀਕ ਹੈ ਜੀ। ਉਸ ਤੋਂ ਬਾਅਦ 'ਚੋਂ ਜੇ ਗੱਲ ਕਰੀਏ ਫਿਊਚਰ ਦੀ, ਤਾਂ ਫਿਊਚਰ ਇੱਕ ਤਾਂ ਇਲੈਕਟ੍ਰਿਕ ਵਹੀਕਲ ਦਾ ਹੋਊਗਾ, ਇੱਕ ਹਾਈਬ੍ਰਿਡ ਵਹੀਕਲ ਦਾ ਹੋਊਗਾ। ਹੁਣ ਜਿਵੇਂ ਆਪਾਂ ਦੇਖ ਹੀ ਰਹੇ ਹੈਗੇ ਵੀ ਹੁੰਡਾਈ ਨੇ ਵੀ ਬੁਕਿੰਗ ਆਲਮੋਸਟ ਬੰਦ ਹੀ ਕਰ ਦਿੱਤੀ ਗਈ ਹੈ। ਉਹ ਜੇ ਆਪਾਂ ਇਹਦੇ 'ਚ ਇੱਕ ਗੱਲ ਹੈ, ਜੇ ਆਪਾਂ ਕੰਪੇਅਰ ਕਰੀਏ ਇਲੈਕਟ੍ਰਿਕ ਵਹੀਕਲ ਤੇ ਹਾਈਬ੍ਰਿਡ ਵਹੀਕਲ 'ਚ, ਇਹਨਾਂ ਦੋਨਾਂ ਨੂੰ ਤੁਸੀਂ ਕਿਵੇਂ ਕੰਪੇਅਰ ਕਰੋਗੇ? ਕੰਪੈਰੀਜ਼ਨ ਦੇਖੀਏ ਜੀ, ਆਪਾਂ ਇਲੈਕਟ੍ਰਿਕ ਵਹੀਕਲ ਦਾ ਕੀ ਹੈਗਾ, ਉਹ ਆਪਾਂ ਨੂੰ ਪਹਿਲਾਂ ਪਲੱਗ ਇਨ ਚਾਰਜ ਕਰਨੇ ਪੈਂਦੇ ਆ, ਪਲੱਗ ਲਾ ਕੇ, ਜਿਹੜੇ ਇਲੈਕਟ੍ਰਿਕ ਵਹੀਕਲ ਹੁੰਦੇ ਹੈਗੇ, ਠੀਕ ਹੈ ਜੀ। ਇਹਦੇ ਨਾਮ ਤੋਂ ਹੀ ਆਪਾਂ ਸਾਰਾ ਕੁਝ ਡਿਫਾਈਨ ਕਰ ਰਹੀ ਹੈ ਵੀ ਸੈਲਫ ਚਾਰਜਿੰਗ ਹੈ। ਕੋਈ ਤੁਹਾਨੂੰ ਪਲੱਗ ਲਾਉਣ ਦੀ ਲੋੜ ਨਹੀਂ, ਕੋਈ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ। ਜਿਹੜੇ ਟਾਈਮ ਬੈਟਰੀ ਆਪਣੀ ਡਾਊਨ ਜਾਂਦੀ ਹੈ, ਉਹ ਫੰਕਸ਼ਨ ਆਪ ਹੀ ਪਰਫਾਰਮ ਕਰਕੇ ਉਹਨੂੰ ਚਾਰਜ ਕਰ ਦਿੱਤੀ ਜਾਂਦੀ ਹੈ। ਉਸ ਤੋਂ ਬਾਅਦ 'ਚੋਂ ਜਿਹੜੇ ਇਲੈਕਟ੍ਰਿਕ ਵਹੀਕਲ ਹੈ, ਉਹ ਚਾਰਜ ਹੋਣ ਤੋਂ ਬਾਅਦ 'ਚੋਂ ਕੁਛ ਕੁ ਕਿਲੋਮੀਟਰ ਚੱਲਦੇ ਆ, ਕੁਛ ਕੁ 100 ਕਿਲੋਮੀਟਰ ਚੱਲਦੇ ਆ। ਇਹਦੇ ਵਿੱਚ ਉਹ ਚੀਜ਼ ਹੈ ਨਹੀਂ। ਇੱਕ ਪਲੱਸ ਪੁਆਇੰਟ ਹੋ ਗਿਆ, ਜਿਵੇਂ ਆਪਣੇ ਇੰਡੀਆ 'ਚ ਹਲੇ ਚਾਰਜਿੰਗ ਪੁਆਇੰਟ ਹੈ ਨਹੀਂਗੇ, ਤਾਂ ਇੱਕ ਜੇ ਆਪਾਂ ਰੇਂਜ ਦੀ ਗੱਲ ਵੀ ਕਰੀਏ, ਜਿਵੇਂ ਜੋ ਕਿ ਮੈਂ ਦੇਖੀ ਹੈ, ਜਿਵੇਂ ਨੈਕਸੋਨ ਆ ਰਹੀ ਹੈ, ਕੰਪਨੀ ਕਲੇਮ ਕਰਦੀ ਹੈ 450, ਬਟ ਉਹ 300-250 ਕਿਲੋਮੀਟਰ ਹੀ ਰੇਂਜ ਹੈ। ਅਤੇ ਉਹਦੇ 'ਚ ਆਏ ਜੇ ਇਨ ਕੇਸ ਬੈਟਰੀ ਖਤਮ ਹੋ ਗਈ ਤਾਂ ਉਹ ਮਤਲਬ ਸਟਕ ਹੋਣ ਵਾਲਾ ਕੰਮ ਹੋ ਜਾਂਦਾ। ਇਹਦੀ ਜਿਹੜੀ ਤੁਹਾਡੀ ਇਹ ਗੱਡੀ ਆ ਰਹੀ ਹੈ, ਇਹਦੇ 'ਚ ਇੱਦਾਂ ਦਾ ਕੁਛ ਨਹੀਂ ਹੈ। ਇਹਦੇ 'ਚ ਕੋਈ ਇੱਦਾਂ ਦੀ ਉਹ ਨਹੀਂ ਗਾ ਵੀ ਤੁਹਾਡਾ ਵਹੀਕਲ ਰੁਕ ਜੂਗਾ ਜੀ ਜਾਂ ਹੋਰ ਕੁਛ ਹੋ ਜੂਗਾ। ਇਹਦੇ 'ਚ ਤਾਂ ਕੀ ਹੈ, ਦੋਨੇ ਚੀਜ਼ਾਂ ਨੇ ਪਰਫਾਰਮ ਕਰਨਾ। ਜਿਹੜਾ ਇਲੈਕਟ੍ਰਿਕ ਵਹੀਕਲ ਆਉਂਦੇ ਹੈਗੇ, ਉਹ ਤਾਂ ਇਕੱਲੀ ਇਲੈਕਟ੍ਰੀਸਿਟੀ ਦੇ ਥਰੂ ਹੀ ਚੱਲਣਗੇ। ਇਹਦੇ 'ਚ ਉਹ ਕੁਛ ਨਹੀਂ। ਇਹ 'ਚ ਕੰਬੀਨੇਸ਼ਨ ਹੈਗਾ ਦੋ ਚੀਜ਼ਾਂ ਦਾ। ਇੱਕ ਤਾਂ ਹੈਗਾ ਆਪਣੀ ਗੈਸੋਲੀਨ ਇੰਜਨ ਹੈਗਾ ਇਹ, ਔਰ ਇੱਕ ਬੈਟਰੀ ਹੈ। ਇਹ ਦੋਨਾਂ ਦੇ ਕੰਬੀਨੇਸ਼ਨ ਨਾਲ ਇੰਜਨ ਚੱਲਦਾ ਜੀ।